ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਜਿਹਨਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਅਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਇਟਲੀ ਤੋਂ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੇਸਾਂ ਦੀ ਗਿਣਤੀ ਕੁਝ ਘਟੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਟਲੀ ਦੇ ਵਿੱਚ 12,712 ਨਵੇਂ ਕੇਸਿਸ ਆਏ ਹਨ ਅਤੇ 98 ਡੈਥ ਹੋਈਆਂ ਹਨ ਅਤੇ 3,13,536 ਸਵੈਬ ਟੈਸਟ ਹੋਏ ਹਨ ਅਤੇ ਪੋਜ਼ੀਟਿਵਿਟੀ ਰੇਟ 4.1% 'ਤੇ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਤੁਸਕਾਨੀਆ ਦੇ ਵਿੱਚ SARS-CoV-2 ਵਾਇਰਸ ਦੇ ਓਮਿਕਰੋਨ ਵੇਰੀਐਂਟ ਦਾ ਪਹਿਲਾ ਕੇਸ ਸਿਏਨਾ ਦੇ ਵਿੱਚ ਪਾਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਕੇਸ ਹੈਗਾ ਇੱਕ ਔਰਤ ਦੇ ਵਿੱਚ ਪਾਇਆ ਗਿਆ ਹੈ, ਜਿਹੜੀ ਕਿ UK ਤੋਂ ਸਿਏਨਾ ਦੇ ਵਿੱਚ ਇੱਕ ਟੂਰਿਸਟ ਦੇ ਤੌਰ 'ਤੇ ਆਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਲੇਡੀ ਜਿਹੜੀ ਪੂਰੀ ਤਰ੍ਹਾਂ ਵੈਕਸੀਨੇਟਿਡ ਹੈ ਅਤੇ ਉਸ ਦੇ ਵਿੱਚ ਮਾਈਲਡ ਸਿੰਪਟਮਸ ਪਾਏ ਗਏ ਹਨ ਅਤੇ ਉਸ ਤੋਂ ਬਾਅਦ ਉਸ ਨੂੰ ਸੈਂਟ ਮਾਰੀਆ ਹੌਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ ਅਤੇ ਉਸ ਦਾ ਜਿਹੜਾ ਪਤੀ ਹੈ ਉਸ ਨੂੰ ਜਿਹੜਾ ਕਿ ਟੂਰਿਸਟ ਦੇ ਤੌਰ 'ਤੇ ਸਿਏਨਾ ਦੇ ਵਿੱਚ ਰਹਿ ਰਿਹਾ ਸੀ, ਉਸ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਦੇ ਵਿੱਚ ਅਧਿਕਾਰੀਆਂ ਦੁਆਰਾ ਪਤਾ ਲਗਾਇਆ ਗਿਆ ਹੈ ਕਿ ਇੱਕ ਦਿਨ ਦੇ ਵਿੱਚ ਉੱਥੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ 10 ਵੱਖ-ਵੱਖ ਵਿਅਕਤੀਆਂ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਤਰ੍ਹਾਂ ਉਸਨੇ ਕੁਝ ਹੀ ਘੰਟਿਆਂ ਦੇ ਵਿੱਚ ਐਂਟੀ ਕੋਵਿਡ ਵੈਕਸੀਨ ਦੀਆਂ 10 ਡੋਜ਼ਿਸ ਪ੍ਰਾਪਤ ਕੀਤੀਆਂ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਪੈਸੇ ਲੈ ਕੇ ਨੋਵੈਕਸ ਵਾਲਿਆਂ ਦੇ ਲਈ ਵੈਕਸੀਨ ਲਗਵਾਈ ਅਤੇ ਉਹਨਾਂ ਦੇ ਲਈ ਗ੍ਰੀਨ ਪਾਸ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ। ਅਤੇ ਇਸ ਤੋਂ ਬਾਅਦ ਜਿਹੜੀ ਹੈਲਥ ਮਿਨਿਸਟਰੀ ਹੈ ਇਸ ਘਟਨਾ ਤੋਂ ਬਹੁਤ ਚਿੰਤਿਤ ਹੈ ਅਤੇ ਸਿਹਤ ਮਿਨਿਸਟਰੀ ਦਾ ਕਹਿਣਾ ਹੈ ਕਿ ਕਿਸੇ ਹੋਰ ਵਿਅਕਤੀ ਦੀ ਪਹਿਚਾਣ ਬਣਾ ਕੇ ਡਾਕਟਰੀ ਇਲਾਜ ਕਰਾਉਣਾ ਬਹੁਤ ਹੀ ਖਤਰਨਾਕ ਹੈ, ਕਿਉਂਕਿ ਇਸ ਦੇ ਨਾਲ ਇੱਕ ਗਲਤ ਆਈਡੈਂਟੀਫਿਕੇਸ਼ਨ ਦਿਖਾ ਕੇ ਆਪਣਾ ਵੈਕਸੀਨ ਪ੍ਰਾਪਤ ਕਰਨ ਵਾਲਾ ਵਿਅਕਤੀ ਅਤੇ ਜਿਸ ਨੇ ਵੈਕਸੀਨ ਦੇ ਥਰੂ ਆਪਣੀ ਗ੍ਰੀਨ ਪਾਸ ਲਿਆ ਹੈ, ਦੋਨਾਂ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ। ਇਸ ਤੋਂ ਬਾਅਦ ਮਿਨਿਸਟਰੀ ਦੇ ਦੁਆਰਾ ਇਸ ਮਾਮਲੇ ਦੀ ਖੋਜ ਕਰਨ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੁਣ ਐਂਟੀ ਕੋਵਿਡ ਵੈਕਸੀਨੇਸ਼ਨ ਹੱਬ ਦੀ ਜਿਹੜੀ ਸਿਹਤ ਕਰਮਚਾਰੀ ਹੈ ਉਹਨਾਂ ਨੂੰ ਧੋਖਾ ਦੇਣਾ ਆਸਾਨ ਹੋ ਗਿਆ ਹੈ, ਕਿਉਂਕਿ ਇੱਕ ਜਿਹੜਾ ਸੈਲਫ ਡਿਕਲੇਰੇਸ਼ਨ ਫਾਰਮ ਹੈ ਉਸ ਦੇ ਥਰੂ ਦਿਖਾ ਕੇ ਵੈਕਸੀਨੇਸ਼ਨ ਕਰਾਉਣਾ ਸੰਭਵ ਹੈ। ਹਾਲਾਂਕਿ ਇਸ ਨੂੰ 10 ਵਾਰ ਜਿਸ ਵਿਅਕਤੀ ਨੇ ਆਪਣੇ ਉੱਪਰ ਕਰਵਾਇਆ ਹੈ ਉਸ ਦੇ ਲਈ ਕਿੰਨਾ ਖਤਰਨਾਕ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ। ਇਸ ਤੋਂ ਬਾਅਦ ਜੇਕਰ ਆਪਾਂ UK ਦੀ ਗੱਲ ਕਰੀਏ ਤਾਂ UK ਦੇ ਵਿੱਚ 54,661 ਨਵੇਂ ਕੇਸਿਸ ਆਏ ਹਨ ਅਤੇ 38 ਡੈਥ ਹੋਈਆਂ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਵਿੱਚ ਕਰੋਨਾ ਵਾਇਰਸ ਦੇ ਓਮਿਕਰੋਨ ਵੇਰੀਐਂਟ ਦੇ ਨਾਲ ਪੀੜਿਤ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਸ ਦੀ ਜਾਣਕਾਰੀ ਉੱਥੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਓਮਿਕਰੋਨ ਕਾਰਨ ਲੋਕ ਹਸਪਤਾਲ ਵਿੱਚ ਦਾਖਲ ਹੋ ਰਹੇ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਓਮਿਕਰੋਨ ਨਾਲ ਪੀੜਿਤ ਇੱਕ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਇਹ ਸੋਚਦੇ ਹਨ ਕਿ ਇਹ ਵਾਇਰਸ ਦਾ ਸਿੰਪਟਮ ਮਾਈਲਡ ਹੈ, ਖਤਰਨਾਕ ਨਹੀਂ ਹੈ, ਤਾਂ ਇਹ ਸਾਨੂੰ ਇਸ 'ਤੇ ਫਿਲਹਾਲ ਛੱਡ ਦੇਣਾ ਚਾਹੀਦਾ ਹੈ ਅਤੇ ਸਾਨੂੰ ਇਸ ਤੇਜ਼ੀ ਨਾਲ ਫੈਲ ਰਹੇ ਵਾਇਰਸ ਦੀ ਪਹਿਚਾਣਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਅਤੇ ਬੂਸਟਰ ਡੋਜ਼ ਲਗਵਾਉਣੀ ਚਾਹੀਦੀ ਹੈ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇਟਲੀ ਤੋਂ। ਇਟਲੀ ਦੇ ਵਿੱਚ ਅਮੀਲੀਆ ਰੋਮਾਨੀਆ ਦੇ ਪਿਚੈਂਸਾ ਏਰੀਆ ਦੇ ਵਿੱਚ ਓਮਿਕਰੋਨ ਵੇਰੀਐਂਟ ਦੇ ਨਾਲ 2 ਹੋਰ ਕੇਸਿਸ ਮਿਲੇ ਹਨ, ਜਿਹੜੇ ਕਿ ਦੋਨੋਂ ਹੀ ਇੱਕ ਔਰਤ ਅਤੇ ਇੱਕ ਆਦਮੀ ਹੈ ਅਤੇ ਫਿਲਹਾਲ ਉਹਨਾਂ ਨੂੰ ਹੋਮ ਕੇਅਰ ਦੇ ਵਿੱਚ ਹੀ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸਟੇਟ ਆਫ ਐਮਰਜੈਂਸੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਟਲੀ ਦੇ ਵਿੱਚ ਹੁਣ ਸਟੇਟ ਆਫ ਐਮਰਜੈਂਸੀ ਜਿਹੜੀ ਹੈਗੀ ਆ 31 ਦਸੰਬਰ 2021 ਤੱਕ ਹੈ ਅਤੇ ਇਸ ਦੇ ਬਾਰੇ ਜਿਹੜਾ ਹੈਗਾ ਅੱਜ ਯਾਨੀ ਕਿ 14 ਦਸੰਬਰ CDM ਦੁਆਰਾ ਇੱਕ ਮੀਟਿੰਗ ਕੀਤੀ ਜਾਵੇਗੀ ਅਤੇ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੀ ਇਹ ਸਟੇਟ ਆਫ ਐਮਰਜੈਂਸੀ ਹੈਗੀ ਆ ਅੱਗੇ 31 ਮਾਰਚ ਤੱਕ ਵਧਾ ਦਿੱਤੀ ਜਾਵੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਸਿਰਫ 24 ਘੰਟਿਆਂ ਦੇ ਦੌਰਾਨ ਲੋਂਬਾਰਡੀਆ ਦੇ ਵਿੱਚ 40,150 ਬੁਕਿੰਗ ਵੈਕਸੀਨ ਦੀ ਹੋ ਗਈ ਹੈ, ਜਿਹੜੀ ਕਿ ਬੱਚਿਆਂ ਦੇ ਲਈ 16 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਮਾਨਤੋਵਾ ਤੋਂ। ਮਾਨਤੋਵਾ ਦੇ ਵਿੱਚ ਹੁਣ ਆਊਟਡੋਰ ਦੇ ਵਿੱਚ ਵੀ ਮਾਸਕ ਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ ਅਤੇ ਇਹ ਜਿਹੜੇ ਮਾਸਕ ਹੈਗੇ ਆ ਮਾਰਕੀਟਸ ਦੇ ਵਿੱਚ ਕੰਪਲਸਰੀ ਕਰ ਦਿੱਤੇ ਗਏ ਹਨ ਅਤੇ ਇਸ ਮਾਸਕ ਨੂੰ ਜਿਹੜਾ ਹੈਗਾ ਅੱਜ ਤੋਂ ਯਾਨੀ ਕਿ 14 ਦਸੰਬਰ ਤੋਂ ਲੈ ਕੇ ਜਨਵਰੀ 9 ਤੱਕ ਇਹਨਾਂ ਨੂੰ ਓਬਲੀਗਾਟੋਰੀ ਯਾਨੀ ਕਿ ਜ਼ਰੂਰੀ ਕਰ ਦਿੱਤੇ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਵੀਕਲੀ ਹਫ਼ਤੇਵਾਰ ਦੀਆਂ ਜਿਹੜੀਆਂ ਮਾਰਕੀਟਸ ਲੱਗਦੀਆਂ ਹਨ ਉਹਨਾਂ ਦੇ ਵਿੱਚ ਇਹ ਜਿਹੜੀ ਇਸ ਨੂੰ ਜ਼ਰੂਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇੰਡੋਨੇਸ਼ੀਆ ਤੋਂ। ਇੰਡੋਨੇਸ਼ੀਆ ਦੇ ਫਲੋਰੈਂਸ ਟਾਪੂ ਦੇ ਨੇੜੇ ਸਮੁੰਦਰ ਦੇ ਵਿੱਚ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ
ਤੇ ਇਸ ਤੋਂ ਬਾਅਦ ਮੌਸਮ ਵਿਗਿਆਨੀਆਂ ਦੇ ਦੁਆਰਾ ਸੁਨਾਮੀ ਦੀ ਸੰਭਾਵੀ ਜਾਣਕਾਰੀ ਚੇਤਾਵਨੀ ਵੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਸ ਇਲਾਕੇ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੇ ਦੀ ਆਬਾਦੀ 85,000 ਦੇ ਕਰੀਬ ਹੈ ਤੇ ਭੂਚਾਲ ਕਾਰਨ ਜਾਨ ਮਾਲ ਦੀ ਕੋਈ ਵੀ ਨੁਕਸਾਨ ਹੋਣ ਦੀ ਕੋਈ ਹਾਲੇ ਸੂਚਨਾ ਨਹੀਂ ਮਿਲੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਬਾਲਟਿਕ ਸਾਗਰ ਦੇ ਵਿੱਚ ਡੈਨਿਸ਼ ਆਈਲੈਂਡ ਦੇ ਬੋਰਨਹੋਮ ਤੇ ਦੱਖਣੀ ਸਵੀਡਿਸ਼ ਸ਼ਹਿਰ ਜਸਤਾਦ ਦੇ ਨਜ਼ਦੀਕ ਦੋ ਜਹਾਜ਼ਾਂ ਦੇ ਵਿੱਚ ਕੱਲ੍ਹ ਸਵੇਰੇ 3:30 ਵਜੇ ਧੁੰਦ ਦੇ ਕਾਰਨ ਟੱਕਰ ਹੋ ਗਈ ਹੈ ਤੇ ਇਸ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਵਿਅਕਤੀ ਲਾਪਤਾ ਹੋ ਗਏ ਹਨ ਤੇ ਜਿਨ੍ਹਾਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦੇ ਵਿੱਚੋਂ ਇੱਕ ਜਹਾਜ਼ ਡੈਨਮਾਰਕ ਤੇ ਦੂਸਰਾ ਬ੍ਰਿਟੇਨ ਦੇ ਵਿੱਚ ਰਜਿਸਟਰਡ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੀਡਿਸ਼ ਜਲ ਇਲਾਕੇ ਦੇ ਵਿੱਚ ਹੋਈ ਹੈ ਅਤੇ ਡੈਨਮਾਰਕ ਨੇ ਸਵੀਡਿਸ਼ ਅਧਿਕਾਰੀਆਂ ਦੀ ਬਚਾਅ ਕਾਰਜ ਦੇ ਵਿੱਚ ਮਦਦ ਕੀਤੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ ਗੁੱਡ ਨਿਊਜ਼ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਪੜ੍ਹਨ ਵਾਲੇ ਤੇ ਕੰਮ ਕਰਨ ਦੇ ਚਾਹਵਾਨ ਲੋਕਾਂ ਦੇ ਲਈ ਇੱਕ ਚੰਗੀ ਖਬਰ ਹੈ। ਆਸਟ੍ਰੇਲੀਆ ਦੇ ਬਾਰਡਰ ਹੁਣ ਇਸ ਹਫ਼ਤੇ ਵਿਦੇਸ਼ੀ ਨਾਗਰਿਕਾਂ ਅਤੇ ਪ੍ਰੋਫੈਸ਼ਨਲ ਵਰਕਰਸ ਦੇ ਲਈ ਖੁੱਲ੍ਹ ਜਾਣਗੇ ਤੇ ਇਹ ਜਾਣਕਾਰੀ ਉੱਥੇ ਦੀ ਸਿਹਤ ਮੰਤਰੀ ਨੇ ਦਿੱਤੀ ਹੈ। ਤੇ ਇੱਕ ਰਿਪੋਰਟ ਦੇ ਮੁਤਾਬਕ ਸਿਹਤ ਮੰਤਰੀ ਨੇ ਕਿਹਾ ਹੈ ਕਿ ਬੁੱਧਵਾਰ ਤੋਂ ਵਿਦੇਸ਼ੀ ਵਿਦਿਆਰਥੀ ਤੇ ਜਿਹੜੇ ਪ੍ਰੋਫੈਸ਼ਨਲ ਵਰਕ ਹੈਗੇ ਆ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਦਾਖਲ ਹੋ ਸਕਣਗੇ ਤੇ ਇੱਥੇ ਪਹੁੰਚਣ ਤੋਂ ਮਗਰੋਂ ਉਹਨਾਂ ਨੂੰ ਲੋੜ ਦੇ ਮੁਤਾਬਕ ਕੁਆਰੰਟਾਈਨ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬਾਰਡਰ 1 ਦਸੰਬਰ ਨੂੰ ਖੁੱਲ੍ਹਣੇ ਸੀ ਦੁਬਾਰਾ, ਪਰ ਇਸ ਤੋਂ ਬਾਅਦ ਓਮਿਕਰੋਨ ਵੇਰੀਐਂਟ ਤੋਂ ਬਾਅਦ ਇਸ ਨੂੰ ਫਿਰ ਚੇਂਜ ਕੀਤਾ ਗਿਆ ਤੇ ਕੁਝ ਹਫ਼ਤੇ ਇਸ ਨੂੰ ਲੇਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਆਸਟ੍ਰੇਲੀਆ ਹੁਣ ਇੱਕ ਨਵਾਂ ਦੇਸ਼ ਬਣ ਗਿਆ ਹੈ ਜਿਸ ਦੇ ਨਾਲ ਭਾਰਤ ਨੇ ਏਅਰ ਬਬਲ ਐਗਰੀਮੈਂਟ ਕੀਤਾ ਹੈ ਤੇ ਇਸ ਸਮਝੌਤੇ ਦੇ ਅਨੁਸਾਰ ਭਾਰਤੀ ਅਤੇ ਆਸਟ੍ਰੇਲੀਅਨ ਕੈਰੀਅਰ ਭਾਰਤੀ ਨਾਗਰਿਕਾਂ ਜਾਂ ਨੇਪਾਲ ਜਾਂ ਭੂਟਾਨ ਦੇ ਨਾਗਰਿਕਾਂ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਲਿਜਾ ਸਕਦੇ ਹਨ। ਤੇ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਨਾਗਰਿਕ ਜਾਂ ਉੱਥੇ ਦੇ ਵਸਨੀਕ ਵੈਲਿਡ ਵੀਜ਼ਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਜੋ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਦੇ ਯੋਗ ਹਨ, ਇੰਡੀਆ ਤੋਂ ਬਾਹਰ ਜਾਣ ਵਾਲੀਆਂ ਫਲਾਈਟਾਂ ਤੋਂ ਯਾਤਰਾ ਕਰਨ ਦੇ ਯੋਗ ਹੋਣਗੇ ਤੇ ਇਸ ਤੋਂ ਇਲਾਵਾ ਇੰਡੀਆ ਤੋਂ ਬਾਹਰ ਜਾਣ ਵਾਲੀਆਂ ਫਲਾਈਟਸ ਤੇ ਯਾਤਰਾ ਕਰਨ ਦੇ ਯੋਗ ਵੀ ਹੋਣਗੇ। ਕੋਈ ਵੀ ਇੰਡੀਅਨ ਨਾਗਰਿਕ ਜਾਂ ਉਹ ਨੇਪਾਲ ਦਾ ਜਾਂ ਭੂਟਾਨ ਦਾ ਨਾਗਰਿਕ ਹੈ ਉਹ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਲਈ ਜੇਕਰ ਕੋਈ ਵੈਲਿਡ ਵੀਜ਼ਾ ਹੈ ਤਾਂ ਉਹ ਯਾਤਰਾ ਕਰਨ ਦੇ ਯੋਗ ਹੋਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੇ ਹੁਣ ਤਿੰਨੋਂ ਹੀ ਟਰਮੀਨਲਾਂ ਤੇ ਜਾਂ ਪੈਸੰਜਰਸ ਦੇ ਲਈ ਕੰਟੈਕਟਲੈਸ ਈ ਬੋਰਡਿੰਗ ਸਹੂਲਤ ਪੇਸ਼ ਕੀਤੀ ਗਈ ਹੈ ਤੇ ਈ ਬੋਰਡਿੰਗ ਸਹੂਲਤ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦੇ ਸਾਰੀਆਂ ਹੀ ਫਲਾਈਟਸ ਵਿੱਚ ਰਵਾਨਾ ਹੋਣ ਵਾਲੇ ਜਿਹੜੇ ਪੈਸੰਜਰਸ ਹੈਗੇ ਆ ਉਹਨਾਂ ਦੇ ਲਈ ਤੇਜ਼ ਅਤੇ ਇੱਕ ਸਹਿਜ ਪ੍ਰਕਿਰਿਆ ਹੋਵੇਗੀ। ਤੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਏਅਰਪੋਰਟ ਦੇ ਸਾਰੇ ਬੋਰਡਿੰਗ ਗੇਟਾਂ ਤੇ ਬੋਰਡਿੰਗ ਕਾਰਡ ਸਕੈਨਰ ਦੇ ਨਾਲ ਇੱਕ ਕੰਟੈਕਟਲੈਸ ਰਹਿਤ ਈ ਬੋਰਡਿੰਗ ਗੇਟ ਹੋਣਗੇ ਜੋ ਪੈਸੰਜਰਸ ਨੂੰ ਫਲਾਈਟ ਜਿਹੜੇ ਡਿਟੇਲਸ ਦੇ ਬਾਰੇ ਪੁਸ਼ਟੀ ਕਰਨਗੇ ਤੇ ਆਪਣੀ ਈ ਬੋਰਡਿੰਗ ਕਾਰਡ ਫਲੈਸ਼ ਕਰਨ ਦੀ ਇਜਾਜ਼ਤ ਦੇਵੇਗਾ ਤੇ ਇੱਕ ਵਾਰ ਹੋ ਜਾਣ ਤੋਂ ਬਾਅਦ ਉਹ ਸੁਰੱਖਿਅਤ ਜਾਂਚ ਦੇ ਵਿੱਚ ਅੱਗੇ ਵੱਧ ਸਕਣਗੇ। ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਈ ਗੇਟਸ ਹੈਗੇ ਆ ਇਸ ਟੱਚ ਰਹਿਤ ਤਕਨੀਕ ਦੁਆਰਾ ਚਲਾਏ ਜਾਂਦੇ ਹਨ ਤੇ ਜਿਨ੍ਹਾਂ ਯਾਤਰੀਆਂ ਨੇ ਈ ਗੇਟਾਂ 'ਤੇ ਸਕੈਨਿੰਗ ਕਰਕੇ ਆਪਣੀ ਬੋਰਡਿੰਗ ਪਾਸ ਦੀ ਪੁਸ਼ਟੀ ਕੀਤੀ ਹੈ ਉਹ ਸੁਰੱਖਿਆ ਜਾਂਚ ਦੇ ਵਿੱਚ ਸਮਰੱਥ ਹੋ ਜਾਂਦੇ ਹਨ ਤੇ ਈ ਬੋਰਡਿੰਗ ਗੇਟਾਂ ਤੋਂ ਲੰਘ ਸਕਦੇ ਹਨ ਤੇ ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਡਾਕੂਮੈਂਟਸ ਦੁਆਰਾ ਦਿਖਾਉਣ ਤੋਂ ਬਿਨਾਂ ਫਲਾਈਟ ਦੇ ਵਿੱਚ ਉਹ ਚੜ੍ਹ ਸਕਦੇ ਹਨ। ਤੇ ਇੱਥੇ ਦੱਸਣਯੋਗ ਹੈ ਕਿ ਟਰਮੀਨਲ 3 ਤੇ ਟਰਮੀਨਲ 2 ਦੇ ਵਿੱਚ ਨਵੇਂ ਈ ਬੋਰਡਿੰਗ ਗੇਟ ਲਗਾ ਦਿੱਤੇ ਗਏ ਹਨ ਤੇ ਜਦਕਿ ਟਰਮੀਨਲ T1 ਤੇ ਇਹਨਾਂ ਦੀ ਹਾਲੇ ਜਾਰੀ ਕੰਮ ਚੱਲ ਰਿਹਾ ਹੈ। ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੱਚ ਰਹਿਤ ਇਸ ਪ੍ਰੋਸੈਸ ਦੇ ਨਾਲ ਨਾ ਸਿਰਫ ਕੋਵਿਡ-19 ਦੇ ਤਹਿਤ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹਨ ਤਾਂ ਕਿ ਲੋਕਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਸੰਪਰਕ ਘੱਟ ਹੋਵੇ ਤੇ ਇਸ ਦੇ ਨਾਲ ਜਿਹੜੇ ਬੋਰਡਿੰਗ ਟਾਈਮ ਨੂੰ ਵੀ ਇਸ 'ਤੇ ਘੱਟ ਟਾਈਮ ਲੱਗਦਾ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਜਿਹੜੀਆਂ ਉੱਥੇ ਲਾਈਨਾਂ ਦੇ ਵਿੱਚ ਵਾਧਾ ਹੋਇਆ ਸੀ ਉਹ ਵੀ ਘੱਟ ਹੈ ਤੇ ਸੁਰੱਖਿਆ ਪਹਿਲੂ ਦੇ ਤੌਰ 'ਤੇ ਵੀ ਉੱਥੇ ਸੁਧਾਰ ਆਇਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜੇਕਰ ਤੁਸੀਂ ਇੰਡੀਆ ਟਰੈਵਲ ਕਰ ਰਹੇ ਹੋ ਤਾਂ ਤੁਹਾਨੂੰ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟਸ 'ਤੇ ਕੋਵਿਡ-19 ਟੈਸਟ ਲਈ ਕਿੰਨਾ ਭੁਗਤਾਨ ਕਰਨ ਦੀ ਲੋੜ ਪਵੇਗੀ। ਕਰੋਨਾ ਵਾਇਰਸ ਦੇ ਓਮਿਕਰੋਨ ਵੇਰੀਐਂਟ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਪੈਸੰਜਰਸ ਨੂੰ ਆਪਣੇ ਦੀ ਗਾਈਡਲਾਈਨਸ ਦੇ ਵਿੱਚ ਉਹਨਾਂ ਨੇ ਸੁਧਾਰ ਕੀਤਾ ਹੈ ਤੇ ਇਸ ਗਾਈਡਲਾਈਨਸ ਦੇ ਅਕੋਰਡਿੰਗ ਭਾਰਤ ਦੇ ਕੁਝ ਦੇਸ਼ਾਂ ਨੂੰ ਆਪਣੇ ਹਾਈ ਰਿਸਕ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਪਰ ਪ੍ਰੈਜ਼ੈਂਟ ਟਾਈਮ ਦੇ ਵਿੱਚ 12 ਦੇਸ਼ ਭਾਰਤ ਦੀ ਜਿਹੜੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ। ਇਸ ਦੇ ਵੀ ਯੂਕੇ ਦੇ ਸਮੇਤ ਸਾਰੇ ਹੀ ਯੂਰੋਪੀਅਨ ਦੇਸ਼, ਸਾਊਥ ਅਫਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਘਾਨਾ, ਮੌਰੀਸ਼ਸ, ਨਿਊਜ਼ੀਲੈਂਡ, ਤਨਸਾਨੀਆ,
ਜ਼ਿੰਬਾਬਵੇ, ਹਾਂਗਕਾਂਗ ਤੇ ਇਜ਼ਰਾਈਲ। ਤੇ ਹਾਲ ਦੇ ਵਿੱਚ ਹੀ ਸਿੰਗਾਪੁਰ ਨੂੰ ਇੰਡੀਆ ਨੇ ਆਪਣੀ ਰੈੱਡ ਲਿਸਟ ਦੇ ਵਿੱਚੋਂ ਯਾਨੀ ਹਾਈ ਰਿਸਕ ਵਾਲੀ ਲਿਸਟ ਦੇ ਵਿੱਚੋਂ ਹਟਾ ਦਿੱਤਾ ਹੈ। ਗਵਰਨਮੈਂਟ ਦੇ ਦੁਆਰਾ ਕੁਝ ਗਾਈਡਲਾਈਨਸ ਦਿੱਤੀਆਂ ਗਈਆਂ ਹਨ ਜੋ ਕਿ ਇਸ ਤਰ੍ਹਾਂ ਹੈ। ਏਅਰ ਸੁਵਿਧਾ ਪੋਰਟਲ 'ਤੇ ਆਪਣਾ ਸੈਲਫ ਡਿਕਲੇਰੇਸ਼ਨ ਫਾਰਮ ਜਮ੍ਹਾਂ ਕਰਾਉਣਾ ਹੈ। ਨੈਗੇਟਿਵ RT-PCR ਦੀ ਰਿਪੋਰਟ ਉਸ 'ਤੇ ਅਪਲੋਡ ਕਰਨੀ ਹੈ ਜਿਹੜੀ ਕਿ 72 ਘੰਟੇ ਪਹਿਲਾਂ ਕੀਤੀ ਗਈ ਹੋਵੇ। ਪਹੁੰਚਣ ਤੋਂ ਬਾਅਦ ਏਅਰਪੋਰਟ 'ਤੇ COVID-19 ਦਾ ਟੈਸਟ ਹੋਵੇਗਾ ਜੋ ਕਿ ਉਸ ਦੇ ਲਈ ਭੁਗਤਾਨ ਤੁਹਾਨੂੰ ਆਪ ਹੀ ਕਰਨਾ ਪਵੇਗਾ। ਅਤੇ ਇਸ ਤੋਂ ਬਾਅਦ 7 ਦਿਨਾਂ ਦਾ ਹੋਮ ਕੁਆਰੰਟਾਈਨ ਹੋਵੇਗਾ ਅਤੇ 8ਵੇਂ ਦਿਨ ਦੁਆਰਾ ਵੀ ਟੈਸਟ ਕਰਾਉਣਾ ਪਵੇਗਾ। ਅਤੇ ਜੇਕਰ ਤੁਸੀਂ ਨੈਗੇਟਿਵ ਹੋ ਤਾਂ ਅਗਲੇ 7 ਦਿਨਾਂ ਦੇ ਲਈ ਆਪਣੇ ਆਪ 'ਤੇ ਤੁਹਾਨੂੰ ਆਪਣੀ ਨਿਗਰਾਨੀ ਕਰਨੀ ਪਵੇਗੀ। ਇਸ ਤੋਂ ਬਾਅਦ ਅਲੱਗ-ਅਲੱਗ ਏਅਰਪੋਰਟਸ 'ਤੇ ਜਿਹੜੇ COVID-19 ਟੈਸਟ ਦਾ ਰਿਪੋਰਟ ਦੇ ਪੈਸੇ ਹੈਗੇ ਆ ਜੋ ਵੀ ਉਹਦਾ ਪੇ ਕਰਨਾ ਪੈਂਦਾ ਹੈ ਉਹ ਅਲੱਗ-ਅਲੱਗ ਹੈ। ਜਿਸ ਤਰ੍ਹਾਂ ਹੁਣ ਦਿੱਲੀ ਏਅਰਪੋਰਟ 'ਤੇ RT-PCR ਟੈਸਟ ਲਈ ਪੈਸੰਜਰਸ ਨੂੰ ਇਸ ਟੈਸਟ ਲਈ 500 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਇਸ ਦਾ ਨਤੀਜਾ ਲਗਭਗ 6 ਤੋਂ 8 ਘੰਟੇ ਦੇ ਵਿਚਕਾਰ ਆਉਂਦਾ ਹੈ। ਜੇਕਰ ਰੈਪਿਡ PCR ਟੈਸਟ ਕਰਨਾ ਹੈ ਤਾਂ ਉਸ ਦੇ ਲਈ ਤੁਹਾਨੂੰ 3500 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਅਤੇ ਇਹਦਾ ਜਿਹੜਾ ਨਤੀਜਾ 60 ਤੋਂ ਲੈ ਕੇ 90 ਮਿੰਟਾਂ ਦੇ ਵਿੱਚ ਇਸ ਦੀ ਰਿਪੋਰਟ ਆ ਜਾਂਦੀ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਨਿਊਜ਼। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।